ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮਹਿ ਬੂਢਤ ਥੇ, ਕਬਹੂ ਮਿਟਹਿ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋ ਨ ਗਰਭ ਨ ਆਇਓ। ਸੋ ਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸੁਖ ਦੁਖ ਸਮਾਧਿ, ਹੋਰ ਅਰ ਸੋਹ ਕੁਰ ਸੋਹ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਘਰ ਦੂਜਾ ਅਸ਼ਟਪਦੀਆਂ। ਇਕ ਓੰਕਾਰ, ਸਤਿਗੁਰ ਪ੍ਰਸਾਦ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਨ ਨ ਜਾਈ, ਮੈਂ ਕੀਏ ਕਰਮ ਅਨੇਕਾਂ। ਹਾਰ ਪਰਿਆਉ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਿਬੇਕਾਰ। ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਈ ਬਸਿਆ, ਸਿਰ ਕਰਵਤ ਧਰਾਏ।
ਮਨ ਕੀ ਮੈਲ ਨ ਉਤਰੈ ਇਹ ਬੇਦ। ਜੇ ਲੱਖ ਯਤਨ ਕਰਾਏ ਕਨਕ ਕਾਮਨੀ ਹੈਵਰ ਗੈਵਰ। ਬਹੁ ਬਿਦ ਦਾਨ ਦਾਤਾਰਾ ਅਨ ਬਸਤਰ ਭੂਮ ਬਹੁ ਅਰਪੇ। ਨਹਿ ਮਿਲਿਐ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੋਤ। ਖਟ ਕਰਮਾ ਰਤ ਰਹਿਤਾ ਹਉ ਹਉ ਕਰਤ ਬੰਧਨ ਮਹਿ ਪਰਿਆ। ਨਹਿ ਮਿਲਿਐ ਇਹ ਜੁਗਤਾ ਜੋਗ ਸਿਧ ਆਸਨ 84। ਏ ਭੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਜਨਮੈ। ਹਰ ਸਿਉ ਸੰਗ ਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ। ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ। ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ। ਜਿਸ ਪੁਰਬ ਲਿਖੇ ਕਾਲਹਿਨਾ ਤੇਰੋ ਸੇਵਕ ਇਹ ਰੰਗ ਮਾਤਾ। ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਤਾ। ਤੇਰੋ ਸੇਵਕ ਇਹ ਰੰਗ ਮਾਤਾ। ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਤਾ। ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਏ ਮਨ ਹਰਿ ਜੀ ਧਿਆਏ ਤੋ ਇਕ ਮਨ ਇਕ ਚਿਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਿਤ ਦੁਆਰੈ ਉਬਰੈ ਤਿਤੈ ਲੇਹੁ ਉਬਾਰ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਦੁਰਗਮ ਸਥਾਨ ਸੁਗਮਨ ਮਹਾ ਦੁਖ ਸਰਬ ਸੁਖਣੈ ਹੈ। ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤਾ ਸੁਰਜਨੈ ਹੈ।
ਦੁਰਗਮ ਸਥਾਨ ਸੁਗਮੰ ਮਹਾ ਦੁਖ ਸਰਬ ਸੁਖ ਨੈ। ਦੁਰਬਚਨ ਭੇਦ ਭ੍ਰਮੰ ਸਾਕਤ ਪਿਸਨੰ ਤਾ ਸੁਰਜਨੈ। ਆਸ ਥਿਤੰ ਸੋਗ ਹਰਖੰ ਭੈ ਖੀਣੰ ਤਾ ਨਿਰਭਵഃ। ਭੈ ਅਟਵਿਯੰ ਮਹਾਨਗਰ ਬਾਸੰ ਧਰਮ ਲਖਣ ਪ੍ਰਭ ਮਇਆ। ਸਾਧ ਸੰਗਮ ਰਾਮ ਰਾਮ ਰਮੰ ਸ਼ਰਨ ਨਾਨਕ ਹਰ ਹਰ ਦਇਆਲ ਚਰਣੰ। ਭੈ ਅਟਵਿਯੰ ਮਹਾਨਗਰ ਬਾਸੰ ਧਰਮ ਲਖਿਆਣ ਪ੍ਰਭ ਮਇਆ। ਸਾਧ ਸੰਗਮ ਰਾਮ ਰਾਮ ਰਮਣੰ ਸ਼ਰਨ ਨਾਨਕ ਹਰ ਹਰ ਦਇਆਲ ਚਰਣੰ। ਜੁਗਹੁ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ। ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ। ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਸਤਿਕਾਰਯੋਗ ਸਤ ਸੰਗੀ ਜਨੋ, ਵਡਭਾਗੇ ਹਾਂ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਰੱਬੀ ਬਾਣੀਆਂ ਦਾ ਜਾਪ ਆਪ ਜੀਆਂ ਨੇ ਸ਼ਰਵਣ ਕੀਤਾ ਹੈ। ਆਓ ਪਾਵਨ ਅਸਥਾਨ ਤੋਂ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰ ਚਿਤ ਕਰਦਿਆਂ ਹੋਇਆਂ ਅਦਭੁਤ ਸਤਿਕਾਰ ਸਹਿਤ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਗੁਰਬਾਣੀ ਸਹਿਸਕ੍ਰਿਤੀ, ਜਿਸ ਦੀ ਵਿਚਾਰ ਆਪ ਜੀ ਰੋਜ਼ਾਨਾ ਹੀ ਦੀਵਾਨਾਂ ਵਿੱਚ ਸਰਵਣ ਕਰ ਰਹੇ ਹੋ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਬਚਨਾਂ ਦੇ ਵਿੱਚ ਸੰਸਾਰ ਤੇ ਉੱਤੇ ਰਹਿ ਰਹੇ ਜੀਵ ਦੇ ਬਾਰੇ ਅਤੇ ਇਸ ਧਰਤੀ ਤੇ ਬਾਰੇ ਹਜ਼ੂਰ ਜੀ ਨੇ ਬਚਨ ਕਰਨਾ ਕੀਤੇ ਨੇ, ਸਮਝਾਉਣਾ ਕੀਤਾ। ਮਹਾਰਾਜ ਜੀ ਕਹਿੰਦੇ ਨੇ ਦੁਰਗਮ ਸਥਾਨ ਸੁਗਮੰ ਮਹਾ ਦੁਖ ਸਰਬ ਸੁਖ ਨੈ। ਹਜ਼ੂਰ ਜੀ ਕਹਿੰਦੇ ਉਹ ਧਰਤੀ ਦਾ ਹਿੱਸਾ, ਉਹ ਅਰਥ ਦਾ ਪਾਠ ਪੂਜਣ ਯੋਗ ਹੋ ਗਿਆ, ਸਤਿਕਾਰ ਵਾਲਾ ਹੋ ਗਿਆ। ਭਾਵੇਂ ਉਹ ਜੰਗਲ ਲਾ ਲਓ, ਭਾਵੇਂ ਉਹ ਕਿਸੇ ਦਾ ਘਰ ਲਾ ਲਓ, ਜਾਂ ਕਿਸੇ ਐਸੇ ਧਰਤੀ ਦੇ ਕੋਨੇ ਨੂੰ ਲਾ ਲਓ। ਕਹਿੰਦੇ ਕਿ ਜਿੱਥੇ ਰੱਬ ਦੀਆਂ ਗੱਲਾਂ ਦਾ, ਰੱਬ ਦੇ ਗਿਆਨ ਦਾ ਵਿਚਾਰ ਕੀਤੀ ਜਾਂਦੀ ਹੈ। ਹੁਣ ਜਿਸ ਅਸਥਾਨ ਦੇ ਉੱਤੇ, ਜਿਵੇਂ ਆਪਾਂ ਇਸ ਪਾਵਨ ਦਰਬਾਰ ਦੇ ਅੰਦਰ ਬੈਠੇ ਹਾਂ, ਇਸ ਪਾਵਨ ਅਸਥਾਨ ਤੋਂ ਜੋ ਰੂਹਾਨੀਅਤ ਮਿਲਦੀ ਹੈ, ਮਨ ਨੂੰ ਠੰਡਕ ਮਿਲਦੀ ਹੈ, ਉਹ ਘਰ ਦੇ ਵਿੱਚੋਂ ਨਹੀਂ ਮਿਲੇਗੀ। ਕਿਉਂ? ਕਿਉਂਕਿ ਇੱਥੋਂ ਇੱਕ ਆਵਾਜ਼ ਆਉਂਦੀ ਹੈ, ਉਹ ਆਵਾਜ਼ ਹੈ ਪਰਮਾਤਮਾ ਦੇ ਨਾਮ ਦੀ। ਹਾਂ, ਘਰ ਦੇ ਵਿੱਚੋਂ ਇਹ ਹੈ ਕਿ ਸਾਡੇ ਪਰਿਵਾਰ ਦੇ ਨਾਲ ਸਨੇਹ, ਸਾਡੇ ਬੱਚਿਆਂ ਦੇ ਨਾਲ ਪਿਆਰ ਹੈ, ਪਰ ਕਹਿੰਦੇ ਘਰ ਪੂਜਣ ਯੋਗ ਨਹੀਂ। ਆਪਾਂ ਬਚਨ ਪੜ੍ਹਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ।
ਕਹਿੰਦੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਇੰਨੀ ਰਹਿਮਤ ਆ ਕਿ ਜਿੱਥੇ ਬਾਣੀ ਦਾ ਪ੍ਰਵੇਸ਼ ਹੋ ਗਿਆ, ਉਹ ਭਾਵੇਂ ਇਹ ਸਾਡਾ ਹਿਰਦੇ ਰੂਪੀ ਘਰ ਹੈ, ਕਹਿੰਦੇ ਉਹ ਅਸਥਾਨ, ਉਹ ਜਗ੍ਹਾ ਪੂਜਣ ਯੋਗ ਹੋ ਗਈ ਹੈ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਦੁਰਗਮ ਸਥਾਨ, ਦੁਰਗਮ ਕਿਹਾ ਜਾਂਦਾ ਹੈ ਜੰਗਲ ਨੂੰ, ਸਥਾਨ ਕਿਹਾ ਜਾਂਦਾ ਉਹ ਜਗ੍ਹਾ ਨੂੰ, ਸੁਗਮੰ ਭਾਵ ਕਿ ਉੱਥੋਂ ਵੀ ਸੁੱਖ ਪ੍ਰਾਪਤ ਹੋਣ ਲੱਗ ਪੈਂਦੇ ਨੇ। ਉੱਥੋਂ ਵੀ ਮਨ ਦੇ ਵਿੱਚ ਇੱਕ ਆਵਾਜ਼ ਆਉਣ ਲੱਗ ਪੈਂਦੀ ਹੈ ਕਿ ਦੁੱਖ ਸਰਬ ਸੂਖਣਾ ਹੈ, ਕਿ ਇਨਸਾਨ ਨੂੰ ਭਾਵੇਂ ਦੁੱਖ ਹੋਣ, ਤਕਲੀਫ ਹੋਵੇ, ਕਹਿੰਦੇ ਉਹ ਵੀ ਸੁੱਖਾਂ ਦੇ ਵਿੱਚ ਪ੍ਰਵੇਸ਼ ਹੋ ਜਾਂਦੇ ਨੇ। ਉਹਦੇ ਲਈ ਵੀ ਦੁੱਖ ਵੀ ਕਹਿੰਦੇ ਨੇ ਕਿ ਉਹ ਇਹ ਸੋਚਦਾ ਹੈ ਕਿ ਦੁੱਖ ਵੀ ਮੇਰੇ ਲਈ ਸੁੱਖ ਹੀ ਹਨ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਕਿ ਦੁੱਖ ਤੇ ਸੁੱਖ ਪਰਮਾਤਮਾ ਦੇ ਵੱਲੋਂ ਪੈਦਾ ਕੀਤੇ ਹੋਏ ਨੇ। ਇਸ ਕਰਕੇ ਇਹ ਨਾ ਪਰਮਾਤਮਾ ਦੇ ਬਾਹਰ ਹੈ, ਇਹ ਤੇ ਸਗੋਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ, ਜੇਕਰ ਜ਼ਿੰਦਗੀ ਦੇ ਵਿੱਚ ਦੁੱਖ ਆਵੇ, ਤਕਲੀਫ ਆਵੇ, ਤੇ ਇਹ ਨਾ ਸੋਚ ਕੇ ਮੇਰੀ ਜ਼ਿੰਦਗੀ ਖਤਮ ਹੈ, ਇਹ ਨਾ ਸੋਚ ਕੇ ਅੱਜ ਤੋਂ ਬਾਅਦ ਮੈਂ ਕੁਝ ਕਰਨ ਦੇ ਕਾਬਿਲ ਹੀ ਨਹੀਂ ਰਿਹਾ। ਅਸੀਂ ਐਸੇ ਵੀ ਦੇਖਦੇ ਆ, ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆ ਜਾਵੇ ਤੇ ਪਹਿਲਾਂ ਤੇ ਰੱਬ ਨੂੰ ਉਲਾਮਾ ਦੇਣਗੇ, ਤੇ ਦੂਜਾ ਕਾਰਨ ਉਹ ਇਹ ਕਰਦੇ, ਕਹਿੰਦੇ ਜੀ ਅਸੀਂ ਜ਼ਿੰਦਗੀ ਤੋਂ ਅੱਕ ਚੁੱਕੇ ਹਾਂ, ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਹਾਂ। ਫਿਰ ਜ਼ਿੰਦਗੀ ਤੋਂ ਹਾਰਿਆ ਮਨੁੱਖ ਕਹਿੰਦੇ ਗਲਤ ਦਿਸ਼ਾ ਦੇ ਵੱਲ ਜਾਂਦਾ ਹੈ, ਫਿਰ ਉਹ ਸੁਸਾਈਡ ਕਰਨਗੇ। ਅਸਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਇਹ ਨਹੀਂ ਕਿ ਜੇਕਰ ਤੁਹਾਨੂੰ ਕਾਮਯਾਬੀ ਨਹੀਂ ਮਿਲ ਰਹੀ, ਜੇਕਰ ਕਿਧਰੇ ਤੁਸੀਂ, ਤੁਹਾਡਾ ਸਰੀਰ ਦੇ ਉੱਤੇ ਦੁੱਖ ਹੈ, ਸੰਸਾਰ ਦੇ ਵਿੱਚ ਤੁਹਾਨੂੰ ਕੋਈ ਦੁੱਖ ਹੈ, ਤੇ ਇਹ ਨਹੀਂ ਕਿ ਆਪਣੀ ਜ਼ਿੰਦਗੀ ਤੋਂ ਹਾਰ ਕੇ ਤੁਸੀਂ ਇਸ ਪਾਸੇ ਚਲੇ ਜਾਓ। ਮਹਾਰਾਜ ਜੀ ਕਹਿੰਦੇ ਬਿਲਕੁਲ ਨਹੀਂ। ਕਿਉਂ? ਕਿਉਂਕਿ ਇਨਸਾਨ ਨੂੰ ਮਹਾਰਾਜ ਜੀ ਪਰਮਾਤਮਾ ਜੀ ਨੇ ਇਹ ਹਦਾਇਤ ਕੀਤੀ, ਭਾਈ ਤੇਰੇ ਜੀਵਨ ਦੇ ਵਿੱਚ ਦੁੱਖ ਵੀ ਆਉਣਗੇ ਤੇ ਸੁੱਖ ਵੀ ਆਉਣਗੇ, ਤੇ ਇਹ ਖਿੜੇ ਮੱਥੇ ਤੋਂ ਆਪਣੇ ਪ੍ਰਵਾਨ ਕਰ ਲਈ, ਤੇ ਤੇਰੀ ਜ਼ਿੰਦਗੀ ਦੇ ਵਿੱਚ ਫਿਰ ਤੈਨੂੰ ਇਹ ਮਹਿਸੂਸ ਹੋਵੇਗਾ, ਇਹ ਲੱਗੇਗਾ ਕਿ ਮੈਂ ਤੇ ਦੁੱਖਾਂ ਤੋਂ ਭੱਜਦਾ ਫਿਰਦਾ ਸੀ, ਮੈਂ ਤੇ ਦੁੱਖਾਂ ਤੋਂ ਦੂਰ ਹੁੰਦਾ ਫਿਰਦਾ ਸੀ, ਪਰ ਇਹ ਤੇ ਹੈ ਪ੍ਰਮਾਤਮਾ ਦੀ ਰਜ਼ਾ ਹੈ। ਤਾਂ ਹੀ ਮਹਾਰਾਜ ਜੀ ਕਹਿੰਦੇ ਭਾਈ ਉਹ ਅਸਥਾਨ ਪੂਜਣ ਯੋਗ ਹੋ ਗਏ ਨੇ, ਉਹ ਜਗ੍ਹਾ ਪੂਜਣ ਯੋਗ ਹੋ ਗਈ ਹੈ। ਭਾਵੇਂ ਇੱਥੇ ਮਹਾਰਾਜ ਜੀਆਂ ਨੇ ਜੰਗਲ ਦੀ ਗੱਲ ਕੀਤੀ ਹੈ, ਬਿਆਬਾਨ ਦੀ ਗੱਲ ਕੀਤੀ ਹੈ, ਸਤਿਗੁਰੂ ਜੀ ਕਹਿੰਦੇ ਕਿਸੇ ਵਕਤ ਮਨੁੱਖ ਦੇ ਮਨ ਦੇ ਹਾਲਾਤ ਵੀ ਉਸ ਜੰਗਲ ਦੇ ਵਾਂਗ ਹੀ ਹੁੰਦੇ ਨੇ। ਆਪਾਂ ਦੇਖਦੇ ਆ ਨਾ, ਕਈ ਦਰਖਤ ਐਸੇ ਨੇ ਜੰਗਲ ਦੇ ਵਿੱਚ, ਐਸੇ ਹੁੰਦੇ ਨੇ ਜਿਨ੍ਹਾਂ ਤੇ ਹਰਿਆਵਲ ਹੁੰਦੀ ਉਹ ਨਹੀਂ ਹੈ। ਹੁਣ ਇਹ ਥੋੜੀ ਕਿ ਜੇਕਰ ਜੰਗਲ ਦੇ ਵਿੱਚ ਜਿਹਦੇ ਤੇ ਹਰਿਆਵਲ ਨਹੀਂ, ਜਾਂ ਮਾਲੀ ਜਿਵੇਂ ਆਉਂਦਾ ਹੈ ਆਪਣੇ ਰੋਜ਼ਾਨਾ ਦੀ ਤਰ੍ਹਾਂ ਰੂਟੀਨ ਦੇ ਵਿੱਚ ਉਹ ਕਾਰਜ ਕਰਦਾ ਹੈ, ਕਿ ਕਿਸੇ ਕਾਰਨ ਕੋਈ ਬੂਟਾ ਹੈ ਉਹਨੂੰ ਹਰਿਆਵਲ ਨਹੀਂ ਹੁੰਦੀ ਤੇ ਉਹਨੂੰ ਪੁੱਟ ਨਹੀਂ ਦਿੰਦਾ, ਸਗੋਂ ਉਹਦੀ ਪਰਵਰਿਸ਼ ਕਰਦਾ ਹੈ। ਉਹਦੇ ਨਾਲ ਇਹ ਹੋਵੇਗਾ ਭਾਈ ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਕਦੇ ਨਾ ਕਦੇ ਤੇ ਇਹਦੇ ਤੇ ਹਰਿਆਵਲ ਆਵੇਗੀ ਨਾ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਕਿ ਅਕਾਲ ਪੁਰਖ ਪਰਮਾਤਮਾ ਨੇ ਜੇਕਰ ਇਸ ਨੂੰ ਪੈਦਾ ਕੀਤਾ ਹੈ ਤੇ ਫਲ ਲਾਉਣਾ ਵੀ ਉਸ ਦੀ ਰਜ਼ਾ ਹੈ। ਆਪਾਂ ਕੰਮ ਕਰਦੇ ਆ, ਰੂਟੀਨ ਦੇ ਵਿੱਚ ਕੋਈ ਵੀ ਕੰਮ ਕਰਦੇ ਆ, ਤਾਂ ਕੰਮ ਦਾ ਫਲ ਪਰਮਾਤਮਾ ਨੇ ਦੇਣਾ ਹੈ। ਇਸ ਕਰਕੇ ਹਜ਼ੂਰ ਜੀ ਕਹਿੰਦੇ ਭਾਈ ਤੂੰ ਨਿਰਾਸ਼ ਨਾ ਹੋ, ਜੇ ਕਿਧਰੇ ਮਨ ਦੇ ਵਿੱਚ ਤੇਰੇ ਉਸ ਜੰਗਲ ਦੇ ਵਾਂਗ ਕਦੀ ਖਿਆਲ ਬਣ ਜਾਂਦਾ ਹੈ, ਹਾਂ ਪਰ ਪਰਮਾਤਮਾ ਦਾ ਨਾਮ ਲੈਣਾ ਨਾ ਛੱਡੀ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਔਖੇ ਰਾਹ ਵੀ ਸੌਖੇ ਬਣ ਜਾਂਦੇ ਨੇ, ਕਿ ਜਿੱਥੇ ਪਹੁੰਚਣਾ ਹੀ ਔਖਾ ਹੋਵੇ, ਜਿਸ ਜਗ੍ਹਾ ਤੇ ਇਨਸਾਨ ਸੋਚ ਹੀ ਨਹੀਂ ਸਕਦਾ ਕਿ ਮੈਂ ਇਸ ਜਗ੍ਹਾ ਤੇ ਪਹੁੰਚਾਂਗਾ, ਕਹਿੰਦੇ ਨੇ ਭਾਈ ਉਹ ਜਗ੍ਹਾ ਤੇ ਵੀ ਪ੍ਰਮਾਤਮਾ ਦੀ ਕਿਰਪਾ ਦੇ ਸਦਕਾ ਪਹੁੰਚਿਆ ਜਾ ਸਕਦਾ ਹੈ।
ਕਿਸੇ ਮਨ ਦੇ ਵਿੱਚ ਖਿਆਲ ਆ ਹੀ ਜਾਂਦਾ ਏ ਕਿ ਨਹੀਂ ਭਾਈ ਅਸੀਂ ਇਹ ਕਾਰਜ ਨਹੀਂ ਕਰ ਸਕਦੇ, ਇਹ ਸਾਡੇ ਕੋਲ ਨਹੀਂ ਹੋਣਾ। ਫਿਰ ਸਮਝਾਉਣ ਵਾਲਾ ਸਮਝਾਉਂਦਾ, ਕਹਿੰਦਾ ਭਾਈ ਕਰਕੇ ਵੇਖ, ਹੋ ਸਕਦਾ ਤੂੰ ਕਰ ਹੀ ਲਏਗਾ। ਤਾਂ ਹੀ ਮਹਾਰਾਜ ਜੀ ਕਹਿੰਦੇ ਵੱਡੇ ਵੱਡੇ ਦੁੱਖ ਜਿਹੜੇ ਸੀ, ਮਹਾ ਦੁੱਖ ਸਰਬ ਸੁੱਖ ਨੇ, ਕਹਿੰਦੇ ਵੱਡੇ ਵੱਡੇ ਦੁੱਖ ਜ਼ਿੰਦਗੀ ਦੇ ਵਿੱਚ ਜਿਹੜੇ ਆ ਕੇ ਇਨਸਾਨ ਨੂੰ ਨਿਰਾਸ਼ ਕਰ ਜਾਂਦੇ ਸੀ। ਕਹਿੰਦੇ ਕਿਸੇ ਟਾਈਮ ਦੇ ਐਸਾ ਸਮਾਂ ਬਣਿਆ, ਮਾਲਕ ਨੇ ਐਸੀ ਕਿਰਪਾ ਕੀਤੀ, ਕਹਿੰਦੇ ਉਹ ਸਾਰੇ ਦੁੱਖ ਜਿਹੜੇ ਸੀ ਉਹ ਸੁੱਖ ਦੇ ਵਿੱਚ ਤਬਦੀਲ ਹੋ ਗਏ। ਦੁੱਖਾਂ ਤੋਂ ਕਹਿੰਦੇ ਉਹ ਸੁੱਖ ਬਣ ਗਏ ਹਨ। ਦੁਰਬਚਨ ਭੇਦ ਭਰਮੰ ਸਾਕਤ ਪੇਸਨੰ ਤਾ ਸੁਰਜਨਹਿ। ਹਜ਼ੂਰ ਜੀ ਕਹਿੰਦੇ ਜਿਹੜੇ ਬੰਦੇ ਜ਼ਿੰਦਗੀ ਦੇ ਗਲਤ ਰਸਤੇ ਦੇ ਵਿੱਚ, ਭਾਵ ਕਿ ਜੀਵਨ ਦੇ ਗਲਤ ਰਸਤੇ ਤੇ ਪੈ ਕੇ ਖਰਵੇ ਬਚਨਾਂ ਦੇ ਨਾਲ ਹਜ਼ੂਰ ਜੀ ਕਹਿੰਦੇ ਹੋਰਨਾਂ ਦੇ ਮਨ ਨੂੰ ਠੇਸ ਪਹੁੰਚਾਉਂਦੇ ਸਨ, ਭਾਵ ਕਿ ਕਿਸੇ ਨੂੰ ਪ੍ਰਤੀ ਮਾੜੇ ਬਚਨ ਬੋਲਣੇ, ਅਗਲੇ ਦਾ ਕਹਿੰਦੇ ਹਿਰਦਾ ਵਿੰਨਿਆ ਜਾਣਾ ਕਿ ਵੇਖੋ ਭਾਈ ਅਸੀਂ ਤੇ ਬੜੇ ਪਿਆਰ ਦੇ ਨਾਲ ਬਚਨ ਬੋਲਦੇ ਹਾਂ। ਦੁਰ ਬਚਨ ਭੇਦ ਭਰਮੰ ਸਾਕਤ, ਕਹਿੰਦੇ ਦੁਰ ਬਚਨਾਂ ਦੇ ਨਾਲ, ਬਚਨਾਂ ਦੀ ਮਾੜੀ ਵਰਤੋਂ ਕਰਨ ਦੇ ਨਾਲ ਜਿਹੜਾ ਸਾਕਤ ਇਨਸਾਨ ਹੈ, ਟੁੱਟਿਆ ਹੋਇਆ ਪਰਮਾਤਮਾ ਤੋਂ ਇਨਸਾਨ ਹੈ, ਹਜ਼ੂਰ ਦੇ ਕਹਿੰਦੇ ਪਿਸਨੰ ਤਾ ਸੁਰਜਨ ਹੈ, ਭਾਵ ਕਿ ਉਹ ਭਾਵੇਂ ਮਾਇਆ ਦੀ ਆੜ ਦੇ ਵਿੱਚ, ਮਾਇਆ ਦੇ ਪਾਸੇ ਲੱਗੇ ਹੋਏ ਸਨ ਕਿਸੇ ਸਮੇਂ, ਕਹਿੰਦੇ ਜਦੋਂ ਪ੍ਰਮਾਤਮਾ ਜੀ ਦਾ, ਵਾਹਿਗੁਰੂ ਜੀ ਦਾ ਨਾਮ ਉਹਨਾਂ ਨੇ ਜਪ ਲਿਆ, ਹਜ਼ੂਰ ਜੀ ਕਹਿੰਦੇ ਫਿਰ ਕਿ ਉਹ ਬੰਦੇ ਨੇਕ ਬਣ ਗਏ। ਪਹਿਲਾਂ ਹਜ਼ੂਰ ਜੀ ਆਪਾਂ ਇੱਕ ਬਚਨ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਸਾ ਦੀ ਵਾਰ ਵਿੱਚ ਬਿਆਨ ਕੀਤਾ, ਕਹਿੰਦੇ ਬਲਿਹਾਰੀ ਗੁਰ ਆਪਣੀ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਇੱਥੇ ਦੇਵਤੇ ਕੋਈ ਬਾਹਰੀ ਸ਼ੈ ਨਹੀਂ, ਦੇਵਤਾ ਇੱਥੇ ਉਹਨੂੰ ਆਖਿਆ ਗਿਆ ਜਿਹਨੇ ਰੱਬ ਦੇ ਗਿਆਨ ਨੂੰ ਮਨ ਦੇ ਵਿੱਚ ਵਸਾਉਣਾ ਕੀਤਾ ਹੈ। ਇਹ ਨਹੀਂ ਕਿ ਦੇਵਤੇ ਕਿਸੇ ਹੋਰ ਜਗ੍ਹਾ ਤੇ ਰਹਿੰਦੇ ਹੋਣਗੇ, ਕਿਸੇ ਹੋਰ ਧਰਤੀ ਤੇ ਰਹਿੰਦੇ ਹੋਣਗੇ। ਮਹਾਰਾਜ ਜੀ ਕਹਿੰਦੇ ਨੇ ਜਿਨ ਮਾਨਸ ਤੇ ਦੇਵਤੇ ਕੀਏ, ਪ੍ਰਮਾਤਮਾ ਜੀ ਮੈਂ ਤਾਥੋਂ ਬਲਿਹਾਰ ਜਾਣਾ ਏ। ਕਿਉਂ? ਕਿਉਂਕਿ ਤੁਹਾਡੇ ਗਿਆਨ ਨੇ, ਤੁਹਾਡੀ ਸਿੱਖਿਆ ਨੇ ਮਨੁੱਖੀ ਜੀਵਨ ਨੂੰ ਦੇਵਤਾ ਬਣਾ ਦਿੱਤਾ, ਭਾਵ ਚੰਗੀ ਸੋਚ ਤੇ ਚੰਗੀ ਸਮਝ ਉਹਦੇ ਦਿਮਾਗ ਦੇ ਵਿੱਚ ਆ ਗਈ ਹੈ। ਉਹਨੂੰ ਜ਼ਿੰਦਗੀ ਬਤੀਤ ਕਰਨ ਦਾ, ਜੀਵਨ ਬਤੀਤ ਕਰਨ ਦਾ, ਇਸ ਸੰਸਾਰ ਦੇ ਵਿੱਚ ਰਹਿਣ ਦਾ ਕਹਿੰਦੇ ਉਹਨੂੰ ਸਲੀਕਾ ਪਤਾ ਲੱਗ ਗਿਆ, ਗਿਆਨ ਆ ਗਿਆ ਨਾ। ਹਜ਼ੂਰ ਜੀ ਕਹਿੰਦੇ ਭਾਈ ਜਿੱਥੇ ਗਿਆਨ ਹੈ ਉੱਥੇ ਅਗਿਆਨ ਨਹੀਂ ਹੋ ਸਕਦਾ। ਤਾਂ ਹੀ ਮਹਾਰਾਜ ਜੀ ਕਹਿੰਦੇ ਸਾਕਤ ਪਿਸਨੰ ਸੁਰਜਨੈ, ਸਾਕਤ ਇਨਸਾਨ, ਮੂਰਖ ਇਨਸਾਨ, ਪਰਮਾਤਮਾ ਤੋਂ ਟੁੱਟਿਆ ਹੋਇਆ ਇਨਸਾਨ ਕਹਿੰਦੇ ਨੇ ਕਿ ਉਹ ਸੁਰਜਨ ਹੈ, ਭਾਵ ਕਿ ਚੰਗੀ ਮੱਤ ਵਾਲਾ, ਚੰਗੇ ਜੀਵਨ ਵਾਲਾ, ਇਉਂ ਕਹਿ ਲਓ ਕਿ ਨੇਕ ਬਣ ਗਿਆ। ਆਸਥਿਤੰ ਸੋਗ ਹਰਖੰ ਭੈ ਖੀਣੰ ਤਾ ਨਿਰਭਵ ਹੈ। ਹਜ਼ੂਰ ਸਤਿਗੁਰ ਸੱਚੇ ਪਿਤਾ ਜੀ ਕਹਿੰਦੇ ਚਿੰਤਾ ਖੁਸ਼ੀ ਵਿੱਚ ਤਬਦੀਲ ਹੋ ਗਈ, ਭਾਵ ਕਿ ਪਹਿਲਾਂ ਚਿੰਤਾ ਸੀ ਮਨ ਦੇ ਵਿੱਚ, ਪਰਿਵਾਰ ਦੀ ਚਿੰਤਾ, ਕਾਰੋਬਾਰ ਦੀ ਚਿੰਤਾ, ਧੀਆਂ ਪੁੱਤਰਾਂ ਦੀ ਚਿੰਤਾ। ਕਹਿੰਦੇ ਜਿਸ ਟਾਈਮ ਦੇ ਉੱਤੇ ਪਰਮਾਤਮਾ ਜੀ ਦਾ ਨਾਮ ਜਪਿਆ, ਹੁਣ ਤਾਂ ਇੱਕ ਹੀ ਮੂੰਹ ਦੇ ਵਿੱਚੋਂ ਇਹ ਇਨਸਾਨ ਅਲਾਪਦਾ ਏ, ਕਰਨ ਕਾਰਨ ਸਮਰੱਥ ਹੈ, ਕਿ ਉਹ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਹਰ ਵਿਧੀ ਨੂੰ ਕਰਨ ਦੇ ਵਿੱਚ ਸਮਰੱਥ ਹੈ। ਮੈਂ ਤਾਂ ਐਵੇਂ ਹੀ ਆਪਣੇ ਪਰਿਵਾਰ ਦੀ, ਧੀਆਂ ਪੁੱਤਰਾਂ ਦੀ, ਬਿਜ਼ਨਸ ਦੀ ਟੈਨਸ਼ਨ ਚੁੱਕੀ ਫਿਰਦਾ ਏ। ਜਿਨੇ ਇਹ ਸਾਰੀ ਕਾਇਨਾਤ ਨੂੰ ਪੈਦਾ ਕੀਤਾ, ਹਜ਼ੂਰ ਜੀ ਕਹਿੰਦੇ ਇਸ ਕਰਕੇ ਭਾਈ ਗਮੀ ਵੀ ਖੁਸ਼ੀ ਦੇ ਅੰਦਰ ਤਬਦੀਲ ਹੋ ਗਈ, ਚਿੰਤਾ ਵੀ ਖੁਸ਼ੀ ਦੇ ਅੰਦਰ ਤਬਦੀਲ ਹੋ ਗਈ। ਇਸ ਕਰਕੇ ਬਦਲ ਕੇ ਕਹਿੰਦੇ ਉਹ ਖੁਸ਼ੀ ਬਣ ਜਾਂਦੀ ਹੈ। ਹਜ਼ੂਰ ਜੀ ਕਹਿੰਦੇ ਭਾਈ ਡਰਾਂ ਤੇ ਸਹਿਮਿਆਂ, ਭਾਵ ਕਿ ਅਨੇਕਾਂ ਹੀ ਜ਼ਿੰਮੇਵਾਰੀਆਂ ਤੋਂ ਇਨਸਾਨ ਡਰਦਾ ਏ। ਇਹ ਸਹਿਮਿਆ ਹੋਇਆ ਇਨਸਾਨ ਕਹਿੰਦੇ ਨੇ ਉਹ ਬੰਦਾ ਜਿਹੜਾ ਨਿਡਰ ਬਣ ਗਿਆ, ਉਹ ਜਗਿਆਸੂ,
ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਜਪਣ ਦੇ ਨਾਲ ਕਹਿੰਦੇ ਪਹਿਲਾਂ ਕਿਤੇ ਜ਼ਿੰਮੇਵਾਰੀਆਂ ਤੋਂ ਭੱਜਦਾ ਸੀ, ਜ਼ਿੰਮੇਵਾਰੀਆਂ ਤੋਂ ਡਰਦਾ ਸੀ। ਹਜ਼ੂਰ ਜੀ ਕਹਿੰਦੇ ਹੁਣ ਉਹੀ ਕਹਿੰਦੇ ਨੇ ਭੈ ਖੀਣੰ ਤਾਂ ਨਿਰਭਵ ਹੈ। ਮਹਾਰਾਜ ਜੀ ਕਹਿੰਦੇ ਉਹੀ ਇਨਸਾਨ ਨਿਡਰ ਹੋ ਕੇ ਜ਼ਿੰਦਗੀ ਨੂੰ ਬਤੀਤ ਕਰਦਾ ਹੈ। ਭੈ ਅਟਵੀਅੰ ਮਹਾਨਗਰ ਬਾਸੰ ਧਰਮ ਲਖਿਆਣ ਪ੍ਰਭ ਮਇਆ। ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਵ ਇਹ ਇਸ ਤਰ੍ਹਾਂ ਹੈ ਕਿ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਕਿ ਇਹ ਸੰਸਾਰ ਜਿਹੜਾ ਹੈ ਡਰਾਉਣਾ ਸੰਸਾਰ, ਭਾਵ ਇਸ ਜਗਤ ਦੇ ਵਿੱਚ ਕਈ ਤਰ੍ਹਾਂ ਦੇ ਇਨਸਾਨ ਮਹਾਰਾਜ ਜੀ ਕਹਿੰਦੇ ਵਸਦੇ ਨੇ। ਜਿੱਥੇ ਚੰਗੀ ਸਿਹਤ ਦੇਣ ਵਾਲੇ ਵੀ ਹੈ, ਉੱਥੇ ਮਾੜੀ ਸਿਹਤ ਦੇਣ ਵਾਲੇ ਵੀ ਹੈ। ਹਜ਼ੂਰ ਜੀ ਦੇ ਬਚਨ ਆਪਾਂ ਪਹਿਲਾਂ ਵੀ ਪੜ੍ਹੇ, ਕਹਿੰਦੇ ਭਾਵੇਂ ਉਹ ਅਸਥਾਨ ਪਹਿਲਾਂ ਡਰਾਉਣੇ ਲੱਗਦੇ ਸਨ, ਜਿੱਥੇ ਇਨਸਾਨਾਂ ਦਾ ਵਾਸਾ ਹੀ ਨਹੀਂ ਸੀ, ਕਹਿੰਦੇ ਉੱਥੇ ਪ੍ਰਮਾਤਮਾ ਜੀ ਦਾ ਨਾਮ ਜਪਿਆ ਤੇ ਉੱਥੇ ਵੀ ਦੈਵੀ ਗੁਣ, ਚੰਗੇ ਗੁਣਾਂ ਦਾ ਕਹਿੰਦੇ ਪ੍ਰਵੇਸ਼ ਹੋ ਗਏ। ਇਸ ਕਰਕੇ ਇਹ ਡਰਾਉਣਾ ਜਿਹੜਾ ਜੰਗਲ ਹੈ, ਜੰਗਲ ਤੋਂ ਭਾਵ ਕਿ ਇਹ ਸੰਸਾਰ ਜਿਹੜਾ ਕਹਿੰਦੇ ਇਹ ਪਹਿਲਾਂ ਬਹੁਤ ਡਰਾਉਣਾ ਲੱਗਦਾ ਸੀ ਇਨਸਾਨ ਨੂੰ, ਪਰ ਜਦੋਂ ਪ੍ਰਮਾਤਮਾ ਜੀ ਦਾ ਨਾਮ ਜਪਿਆ, ਕਹਿੰਦੇ ਜਿਵੇਂ ਇੱਕ ਸ਼ਹਿਰ ਦੇ ਵਿੱਚ ਬਹੁਤ ਵਧੀਆ ਸਫਾਈ ਕਰੀ ਹੋਵੇ ਨਾ, ਜਿਵੇਂ ਘਰ ਦੇ ਵਿੱਚ ਆਪਾਂ ਸਫਾਈ ਕਰਦੇ ਹਾਂ, ਕਿਸੇ ਟਾਈਮ ਦੇ ਵਿੱਚ ਘਰਾਂ ਦੇ ਵਿੱਚ ਆਪਾਂ ਦੇਖਦੇ ਆ ਨਾ, ਰੂਟੀਨ ਦੇ ਵਿੱਚ ਰੋਜ਼ਾਨਾ ਹੀ ਸਫਾਈ ਕਰਦੇ ਹਾਂ। ਕਿਉਂ? ਕਿਉਂਕਿ ਜੇਕਰ ਰੋਜ਼ ਸਫਾਈ ਨਾ ਕਰੀ ਘਰ ਦੇ ਵਿੱਚ, ਤਾਂ ਹੋ ਸਕਦਾ ਏ ਕਿ ਇਸ ਘਰ ਦੇ ਨੂੰ ਨਾ ਸਫਾਈ ਕਰਨ ਦਾ ਕਰਕੇ ਇੱਕ ਦਿਨ ਐਸੇ ਹਾਲਾਤ ਬਣ ਜਾਣ ਕਿ ਸਾਡਾ ਰਹਿਣਾ ਵੀ ਇੱਥੇ ਮੁਸ਼ਕਲ ਹੋ ਜਾਵੇ। ਤਾਂ ਹੀ ਆਪਾਂ ਰੋਜ਼ ਘਰਾਂ ਦੇ ਵਿੱਚ ਸਫਾਈ ਕਰਦੇ ਹਾਂ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਭਾਈ ਜਿਵੇਂ ਘਰ ਜਿਹੜਾ ਹੈ ਉਹ ਸਾਫ਼ ਹੀ ਚੰਗਾ ਲੱਗਦਾ ਹੈ, ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਮਨ ਜਿਹੜਾ ਹੈ ਉਹ ਵੀ ਸਾਫ਼ ਤੇ ਸਵੱਛ ਤਾਂ ਹੀ ਚੰਗਾ ਲੱਗਦਾ ਹੈ। ਜੇਕਰ ਇਸ ਮਨ ਰੂਪੀ ਘਰ ਦੇ ਵਿੱਚ, ਹਿਰਦੇ ਰੂਪੀ ਘਰ ਦੇ ਵਿੱਚ ਵਿਕਾਰਾਂ ਰੂਪੀ ਮੈਲ ਲੱਗੀ ਰਹੇਗੀ, ਵਿਕਾਰਾਂ ਰੂਪੀ ਗੰਧ ਪਿਆ ਰਹੇਗਾ, ਮਹਾਰਾਜ ਜੀ ਕਹਿੰਦੇ ਕਿ ਇਨਸਾਨ ਦੇ ਮਨ ਦੇ ਵਿੱਚ ਕੁਝ ਚੰਗੇ ਖਿਆਲ ਪੈਦਾ ਹੋ ਸਕਦੇ ਨੇ। ਮਾੜੀ ਸੋਚ ਵਾਲਾ ਇਨਸਾਨ ਤੇ ਮਾੜੀ ਜਿਹੜੀ ਸੋਚ ਹੈ, ਮਾੜੇ ਖਿਆਲ ਲੈ ਕੇ ਆਵੇਗਾ। ਇਹ ਇਨਸਾਨ ਦੇ ਅਸਲ ਦੇ ਵਿੱਚ ਆਪਣੇ ਹੱਥ ਵਿੱਚ ਹੁੰਦਾ ਹੈ ਕਿ ਉਹਨੇ ਕਿਸ ਤਰ੍ਹਾਂ ਦੀ ਸੰਗਤ ਵਿੱਚ ਵਿਚਰਨਾ ਹੈ, ਕਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਰਹਿਣਾ ਹੈ। ਜਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਰਹੇਗਾ ਉਸੇ ਤਰ੍ਹਾਂ ਦਾ ਖਿਆਲ ਉਹਦੇ ਮਨ ਦੇ ਵਿੱਚ ਆਵੇਗਾ। ਹਜ਼ੂਰ ਜੀ ਕਹਿੰਦੇ ਭੈ ਅਟਵੀਅੰ ਮਹਾਨਗਰ ਬਾਸੰ ਧਰਮ ਲਖਿਆਣ ਪ੍ਰਭ ਮਇਆ। ਭਾਈ ਇਹ ਧਰਮ ਦੇ ਇਹ ਲੱਛਣ ਨੇ ਕਿ ਧਰਮ ਸਾਨੂੰ ਚੰਗੇ ਗੁਣ, ਚੰਗੀ ਸਿੱਖਿਆ, ਚੰਗੀ ਸੋਚ, ਚੰਗੇ ਲੋਕਾਂ ਦੇ ਨਾਲ ਸਾਡਾ ਰਹਿਣ ਸਹਿਣ ਦੇ ਨਾਲ ਸਾਡਾ ਚੰਗਾ ਆਚਰਣ ਬਣੇਗਾ। ਹਜ਼ੂਰ ਮਹਾਰਾਜ ਜੀ ਕਹਿੰਦੇ ਸਾਧ ਸੰਗਮ ਰਾਮ ਰਾਮ ਰਮਣੰ ਸ਼ਰਨ ਨਾਨਕ ਹਰ ਹਰ ਦਇਆਲ ਚਰਣੰ। ਤਾਂ ਹੀ ਮਹਾਰਾਜ ਜੀ ਕਹਿੰਦੇ ਭਾਈ ਜੇਕਰ ਆਪਣੇ ਇਸ ਹਿਰਦੇ ਰੂਪੀ ਮਨ ਰੂਪੀ ਘਰ ਨੂੰ ਸਾਫ਼ ਰੱਖਣਾ ਹੈ ਤੇ ਉਹਦੇ ਲਈ ਕੀ ਕਰਨਾ ਪਵੇਗਾ? ਸਾਧ ਸੰਗਮ, ਸਾਧ ਜਨਾਂ ਦਾ ਸੰਗ ਕਰਨਾ ਪਵੇਗਾ, ਸਾਧੂਆਂ ਦਾ ਸੰਗ ਕਰਨਾ ਪਵੇਗਾ। ਸਾਧੂ ਉਹ ਨਹੀਂ ਜਿਹਨੇ ਲੰਮਾ ਚੋਲਾ ਪਾਇਆ ਹੈ ਤੇ ਘਰ-ਬਾਰ ਨੂੰ ਤਿਆਗਿਆ। ਹਜ਼ੂਰ ਜੀ ਕਹਿੰਦੇ ਸਾਧ ਉਹ ਨਹੀਂ ਹੈ। ਸਾਧ ਅਸਲ ਦੇ ਵਿੱਚ ਉਹ ਹੈ ਜਿਹਨੇ ਮਨ ਨੂੰ ਸਾਧਿਆ ਹੋਇਆ ਹੈ। ਮਹਾਰਾਜ ਜੀ ਕਹਿੰਦੇ ਰਾਮ ਰਾਮ ਰਮਣੰ, ਜਿਹੜਾ ਰਾਮ ਦੇ ਨਾਮ ਨੂੰ ਹਮੇਸ਼ਾ ਜਪਦਾ ਰਹਿੰਦਾ ਹੈ, ਪ੍ਰਮਾਤਮਾ ਜੀ ਦੇ ਨਾਮ ਨੂੰ ਹਮੇਸ਼ਾ ਹੀ ਜਪਦਾ ਹੈ। ਸ਼ਰਨ ਨਾਨਕ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਤੇ ਭਰੋਸਾ ਰੱਖਦਾ ਹੋਵੇ। ਹਰ ਹਰ ਦਇਆਲ ਚਰਣੰ, ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਜਿਹੜੇ ਦੀਨਾਂ ਤੇ ਵੀ ਦਇਆ ਕਰਦੇ ਨੇ, ਗਰੀਬਾਂ ਤੇ ਵੀ ਦਇਆ ਕਰਦੇ ਨੇ। ਉਹਦੀ ਨਿਗਾਹ ਦੇ ਵਿੱਚ ਅਮੀਰ ਤੇ ਗਰੀਬ ਸਾਹਮਣੇ ਬਰਾਬਰ ਹੈ। ਕਹਿੰਦੇ ਭਾਈ ਉਹਦੇ ਚਰਨਾਂ ਦਾ ਭੌਰਾ ਬਣ ਜਾ, ਉਹਦੇ ਚਰਨਾਂ ਦਾ ਆਸਰਾ ਬਣ ਜਾ। ਕਿਉਂ? ਕਿਉਂਕਿ ਉਹਨਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ। ਆਓ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਮਹਾਰਾਜ ਜੀਆਂ ਦੇ ਇਹਨਾਂ ਬਚਨਾਂ ਨੂੰ ਵੀ ਆਪਾਂ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿੱਡੀ ਕਿਰਪਾ ਕੀਤੀ ਹੈ। ਸਤਿਗੁਰੂ ਜੀ ਨੇ ਜ਼ਿੰਦਗੀ ਦੇ ਵਿੱਚ ਹਰੇਕ
ਪੈਰ ਪੈਰ ਤੇ ਜਿਵੇਂ ਆਪਾਂ ਚੱਲਦੇ ਆ, ਮਹਾਰਾਜ ਜੀ ਕਹਿੰਦੇ ਸੱਜਣਾ ਜ਼ਿੰਦਗੀ ਦੇ ਪੜਾਅ ਬਹੁਤ ਨੇ। ਇਹਨਾਂ ਪੜਾਵਾਂ ਦੇ ਵਿੱਚ ਜੇਕਰ ਤੂੰ ਆਪਣੇ ਮਨ ਦੇ ਮਗਰ ਲੱਗੇਗਾ ਤੇ ਹੋ ਸਕਦਾ ਹੈ ਫਿਰ ਤੇਰੀ ਜ਼ਿੰਦਗੀ ਦਾ ਰਸਤਾ ਖਰਾਬ ਹੋ ਜਾਵੇ, ਤੂੰ ਆਪਣੇ ਅਸਲੇ ਤੋਂ ਭੁੱਲ ਜਾਵੇਂ। ਪਰ ਜੇਕਰ ਤੂੰ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰੇਗਾ, ਸਤਿਗੁਰੂ ਜੀ ਕਹਿੰਦੇ ਫਿਰ ਭਾਈ ਤੂੰ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚ ਸਕੇਗਾ। ਆਓ ਮਹਾਰਾਜ ਜੀਆਂ ਦੇ ਇਹਨਾਂ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ, ਤਾਂ ਜੋ ਲੋਕ ਸੁਖੀ ਪਰਲੋਕ ਸੁਹੇਲਾ ਹੋ ਸਕੇ। ਵਿਚਾਰ ਕਰਦੇ ਹਾਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।